ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ रूप रंग अर रेख भेख को कह न सकत केहे। अचल मूरत अनभव प्रकाश अमितोज कहिजै कोट इंद्र इंद्रान साहे साहान गनिजै। त्रिभवन महीप सुर नर असुर नेत नेत बन तृण कहत। तव सर्ब नाम कथै कवण कर्म नाम बरनत सुमत। हम सर दीन दयाल ना तुम सर अब पतियार क्या कीजै। बचनी तोर मोर मन मानै जन कौ पूरन दीजै। हाँ बल बल जाओ मैयार ने कारण कवन अबोल। बहुत जन्म बिछरे थे माधो यह जन्म तुम्हारे लेखे। कह रवदास आस लग जीवो चिर पयो दर्शन देखे। कह रवदास आस लग जीवो चिर भयो दर्शन देखे। इत मार्ग चले पाई अड़े गुर कहे सुकार कमाए जियो। त्यागे मन की मतड़ी वसारे दूजा पाओ जियो। यो पावै हर दर सावड़ा नह लगै तती वाओ जियो। हम अवगुण भरे एक गुण अमृत छाड़ बिखाए बिख। माया मोह परम पै भूले सुत दारा स्यो प्रीत। एक उत्तम पंथ सुन्यो गुर संगत तह मिलंत जम त्रास मिट। एक अरदास पाठ कीरत गुर रामदास राखो शरणाई। सुको टल गुर सेवी अहनिस सहज सुप। दर्शन परस्या गुरु के जन्म मरण दुख। होवै सिफत खसामदी नूर अरसों कुरसों। तुद डिठे सच्चे पातशाह मल जन्म जन्म दी कटिया। सज्जन सच्चा पातशाह सिर शाहां दा। जिस पास बैठिया सोहिया सबना दावे साहो। सतनाम
ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਤੀਜਾ। ਸੋ ਸਿੱਖ ਸਖਾ ਬੰਧੁਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਸੋ ਸਿੱਖ ਸਖਾ ਬੰਧੁਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਹਰ ਕੇ ਦਾਸ ਸੁਹੇਲੇ ਭਾਏ, ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ। ਆਪੇ ਮੇਲ ਮਿਲਾਏ ਰਹਾਉ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੰਸਾਰਾ। ਬਿਨ ਗੁਰ ਬੰਧਨ ਟੂਟਹਿ ਨਾਹੀ, ਗੁਰਮੁਖ ਮੋਖ ਦੁਆਰਾ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ, ਮਰ ਜਨਮ ਹੈ ਵਾਰੋ ਵਾਰਾ। ਹੋ ਮੇਰਾ ਜਗ ਪਲਚ ਰਹਿਆ ਭਾਈ, ਕੋਈ ਨਾ ਕਿਸ ਹੀ ਕੇਰਾ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਐਥੈ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿਚੋਂ ਆਪ ਗਵਾਈਐ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿਚੋਂ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਨਮਸਕਾਰ ਕਰਕੇ ਰੱਬੀ ਪਾਵਨ ਪਵਿੱਤਰ ਬਾਣੀ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸਾਂ। ਸਮਾਂ ਹੈ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਜੀ ਦੀ ਕਥਾ ਵਿਚਾਰ ਦਾ, ਜੋ ਅੰਮ੍ਰਿਤ ਵੇਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਸ਼ਬਦ ਮੁਖਵਾਕ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ
राग सोरठ अंदर मुबारक अंग 601 602 ऊपर सुशोभित है। सतगुरु महाराज सच्चे पातशाह जी ने रहमत कीती साध संगत जी पावन मुबारक शब्द अंदर गुरमुख दा जीवन तथा मनमुख दा जीवन ਉਹਦੇ ਪਰਥਾਏ ਸਤਿਗੁਰੂ ਮਹਾਰਾਜ ਦੱਸਦੇ ਹਨ। ਇੱਕ ਪਾਸੇ ਕਹਿਣ ਲੱਗੇ ਕਿ ਹਰ ਕੇ ਦਾਸ ਸੁਹੇਲੇ ਭਾਈ, ਇੱਕ ਪਾਸੇ ਲੱਗੇ ਕਹਿਣ ਭਾਈ ਵਿਛੜ ਝੋਟਾਂ ਖਾਵੇ। ਮਹਾਰਾਜ ਇੱਕ ਬੰਦਾ ਝੋਟਾਂ ਖਾ ਰਿਹਾ ਹੈ, ਇੱਕ ਨੂੰ ਮਹਾਰਾਜ ਕਹਿੰਦੇ ਭਾਈ ਇਹ ਸੁਹੇਲਾ ਜੀਵਨ ਜਿਉਂਦੇ ਹਨ। ਸਤਿਗੁਰੂ ਗੁਰਦੇਵ ਜੀਆਂ ਨੇ ਨਾਲ ਉਹਦਾ ਫਿਰ ਜਿਹੜਾ ਕਾਰਨ ਹੈ ਭਾਈ ਉਹ ਵੀ ਬਿਆਨ ਕੀਤਾ ਹੈ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸ਼ਬਦ ਦੀਆਂ ਆਖੀਰ ਵਾਲੀਆਂ ਪੰਕਤੀਆਂ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਹਿਮਤ ਕੀਤੀ ਕਿ ਹੇ ਭਾਈ ਜਿੱਦਾਂ ਦੀ ਕਿਸੇ ਦੇ ਹਿਰਦੇ ਦੇ ਅੰਦਰ ਜਿਹਾ ਭਾਉ, ਜਿੱਦਾਂ ਦੇ ਹਿਰਦੇ ਦੇ ਅੰਦਰ ਕਿਸੇ ਮਨੁੱਖ ਨੇ ਮਾਲਕ ਦੇ ਪ੍ਰਤੀ ਭਾਵਨੀ ਬਣਾਈ ਹੈ ਉਦਾਂ ਦਾ ਫਲ ਉਹਨੂੰ ਪ੍ਰਾਪਤ ਹੈ। ਜਿਹਾ ਭਾਉ ਤਿਹਾ ਫਲ ਪਾਈਆ। ਜਿਵੇਂ ਦਾ ਕਿਸੇ ਨੇ ਆਪਣੇ ਹਿਰਦੇ ਅੰਦਰ ਮਾਲਕ ਦੇ ਪ੍ਰਤੀ ਚਿਤਵਿਆ ਹੈ ਉਦਾਂ ਦਾ ਹੀ ਮਹਾਰਾਜ ਕਹਿੰਦੇ ਭਾਈ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਨ, ਨਿਉਟਿਆਂ ਦੀ ਓਟ ਨਿਗਤਿਆਂ ਦੀ ਗਤ, ਨਿਥਾਵਿਆਂ ਦੇ ਥਾਂ। ਸ਼ਹਿਨਸ਼ਾਹ ਮਹਾਰਾਜ ਗੁਰਦੇਵ ਸੱਚੇ ਪਾਤਸ਼ਾਹ ਜੀ ਇੱਕ ਪਾਵਨ ਪਵਿੱਤਰ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੁਣਿਆ ਹੈ। ਤੀਸਰੇ ਪਾਤਸ਼ਾਹ ਜੀ ਨੇ ਪਹਿਲਾ ਭਾਵੇਂ ਜੀਵਨ ਕੈਸਾ ਵੀ ਹੋਵੇ, ਜਦੋਂ ਜੀਵਨ ਨੇ ਪਲਟਾ ਖਾਧਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਮੁਬਾਰਕ ਸ਼ਬਦ ਸਰਵਣ ਕੀਤਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਰ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਵਿਸਰਤ ਤੇਰੇ ਗੁਣ ਗਲਿਆ, ਰਹਾਉ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਸ, ਛੂਟਸ ਮੂੜੇ ਕਵਣ ਗੁਣੀ। ਸਾਧ ਸੰਗਤ ਜੀਓ, ਇਹੋ ਆਪਾਂ ਸਰਵਣ ਕਰਨੇ ਹਨ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਪ੍ਰਥਮ ਜੀਵਨ ਸੀ, ਜਦੋਂ ਗੁਰੂ ਦੇ ਕੋਲ ਨਹੀਂ ਸਨ ਆਏ, ਦੂਸਰੇ ਪਾਤਸ਼ਾਹ ਜੀ ਦੇ ਸ਼ਰਨੀ ਨਹੀਂ ਸਨ ਆਏ, ਕਰਮ ਕਰ ਰਹੇ ਸਨ। ਇਤਿਹਾਸਕਾਰ ਲਿਖਦੇ ਨੇ ਗੰਗਾ ਦੀਆਂ ਯਾਤਰਾਵਾਂ ਪੈਦਲ ਕੀਤੀਆਂ, ਹਰਿਦੁਆਰ ਤੱਕ ਪੈਦਲ ਗਏ, ਅਸਥਾਨ ਵੀ ਬਣੇ ਹੋਏ ਨੇ ਮਹਾਰਾਜ ਜੀਆਂ ਦੇ ਉੱਤੇ। ਪਰ ਜਦੋਂ ਹਿਰਦੇ ਨੇ ਚੋਟ ਪਲਟਾ ਖਾਧਾ, ਚੋਟ ਲੱਗੀ, ਪੁੱਛ ਲਿਆ ਵੀ ਤੁਹਾਡਾ ਗੁਰੂ ਕਿਹੜਾ? ਵੈਸ਼ਨਵ ਸਾਧ ਨੇ ਜਾ ਰਹੇ ਸਨ, ਰਸਤੇ ਪੈਂਡੇ ਵਿੱਚ ਵਾਪਸ ਆਉਂਦਿਆਂ ਮੇਲ ਹੋ ਗਿਆ। ਸਾਧੂ ਨੇ ਪੁੱਛ ਲਿਆ ਵੀ ਗੁਰੂ ਕਿਹੜਾ ਹੈ ਤੁਹਾਡਾ? ਗੁਰਦੇਵ ਜੀ ਸ੍ਰੀ ਅਮਰਦਾਸ ਜੀ ਅਜੇ ਗੁਰੂ ਨਹੀਂ ਬਣੇ। ਉਹਨਾਂ ਅੱਗੋਂ ਉੱਤਰ ਦਿੱਤਾ, ਗੁਰੂ ਤਾਂ ਮੈਂ ਅਜੇ ਬਣਾਇਆ ਨਹੀਂ। ਉਹਨਾਂ ਅੱਗੋਂ ਕਹਿ ਦਿੱਤਾ, ਜੇ ਗੁਰੂ ਨਹੀਂ ਬਣਾਇਆ, ਮੇਰਾ ਤਾਂ ਕਰਮ ਧਰਮ ਕੀਤਾ ਤੁਹਾਡੇ ਨਾਲ ਬਹਿਣ ਕਰਕੇ, ਇੱਕੋ ਥਾਂ ਖਾਣ ਪੀਣ ਕਰਕੇ ਮੇਰਾ ਤੇ ਕਰਮ ਧਰਮ ਭ੍ਰਿਸ਼ਟਿਆ ਗਿਆ, ਚੋਟ ਲੱਗ ਗਈ। ਸੱਚੇ ਗੁਰੂ ਦੀ ਭਾਲ ਵਿੱਚ ਹੁਣ ਦਿਨ ਤੇ ਰਾਤ ਲੱਗੇ ਰਹਿੰਦੇ ਹਨ। ਕਿੱਥੋਂ ਪ੍ਰਾਪਤੀ ਹੋਵੇ, ਕਿਹੜੇ ਪਾਸੇ ਜਾਵਾਂ? ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੇ। ਕੋਈ ਹੋਵੇ ਤਾਂ ਰਸਤਾ ਦੱਸੋ ਮੈਨੂੰ ਵੀ ਬਾਈ।
ਉਸ ਪਾਸੇ ਨੂੰ ਮੈਂ ਜਾਵਾਂ, ਉਹ ਕੋਈ ਗਲੀ ਦੱਸੋ ਜਿਹੜੀ ਥਾਂ ਤੇ ਮੈਨੂੰ ਮੇਰਾ ਪ੍ਰੀਤਮ ਮਿਲ ਜਾਏ, ਜਿੱਥੋਂ ਮੈਨੂੰ ਟਿਕਾਣਾ ਮਿਲ ਜਾਏ। ਇਤਿਹਾਸਕਾਰ ਲਿਖਦੇ ਨੇ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਚੁਬਾਰੇ ਤੇ ਉੱਪਰ ਸੁੱਤੇ ਹਨ ਕੋਠੇ ਤੇ, ਭਤੀਜਿਆਂ ਨੂੰ ਲੱਗਦੇ ਹਨ ਬੀਬੀ ਅਮਰੋ ਜੀ। ਸਵੇਰ ਹੋਈ, ਮਧਾਣੀ ਪਾਈ, ਬੀਬੀ ਅਮਰੋ ਸ਼ਬਦ ਪਏ ਪੜਨ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ। ਕਿੰਨੀ ਬਾਣੀ ਕੰਠਾਗਰ ਹੋਵੇਗੀ ਉਹਨਾਂ ਨੂੰ। ਸਵੇਰ ਵੇਲੇ ਵਿਹੜੇ ਚੌਂਕੇ ਦੇ ਅੰਦਰ ਕੰਮਕਾਰ ਕਰਦਿਆਂ, ਮਧਾਣੀ ਪਾਉਂਦਿਆਂ, ਚੁੱਲ੍ਹੇ ਚੌਂਕੇ ਦਾ ਕੰਮ ਕਰਦਿਆਂ ਬੀਬੀ ਅਮਰੋ ਜੀ ਨੇ ਮਧਾਣੀ ਪਾਈ, ਸ਼ਬਦ ਪੜਨ ਲੱਗੇ। ਇਤਿਹਾਸਕਾਰ ਲਿਖਦੇ ਨੇ ਜਿਹੜਾ ਸ਼ਬਦ ਪੜਿਆ ਗਿਆ ਮਾਰੂ ਰਾਗ ਦਾ ਸ਼ਬਦ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਬਦ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਲਿਖੇ ਗਏ ਲੇਖ ਬੁਰੇ ਤੇ ਚੰਗੇ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਸ਼ਬਦ ਸਾਰਾ ਸੁਣਿਆ ਕਾਇਆ ਆਰਨ, ਮਨ ਵਿੱਚ ਲੋਹਾ ਪੰਚ ਅਗਨ, ਤਿਤ ਲਾਗ ਰਹੀ ਕੋਇਲੇ ਪਾਪ ਪੜੇ, ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ। ਸੁਣਿਆ ਸ਼ਬਦ ਕਿ ਹਿਰਦੇ ਰੂਪੀ, ਇਸ ਸਰੀਰ ਰੂਪੀ ਭੱਠੀ ਅੰਦਰ ਜਿਹੜਾ ਮਨੂਆ ਸੜ ਗਿਆ ਹੈ, ਉੱਕਾ ਸੜ ਗਿਆ ਹੈ, ਮਨੂਰ ਹੋ ਗਿਆ ਹੈ। ਕਈ ਵਾਰ ਲੋਹੇ ਨੂੰ ਤਪਾਉਂਦਿਆਂ ਕੋਈ ਲੋਹਾ ਭੱਠੀ ਵਿੱਚ ਰਹਿ ਜਾਏ ਤੇ ਸੜ ਕੇ ਮਨੂਰ ਹੋ ਜਾਂਦਾ, ਉਹ ਕਿਸੇ ਕੰਮ ਨਹੀਂ ਆਉਂਦਾ। ਭੱਠੀ ਵਾਲਾ ਵੀ ਚੁੱਕ ਕੇ ਦੁਕਾਨ ਤੋਂ ਬਾਹਰ ਸੁੱਟ ਦਿੰਦਾ ਵੀ ਇਹ ਤਾਂ ਹੁਣ ਕਿਸੇ ਕੰਮ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਲੱਗੇ ਕਹਿਣ, ਭਾਈ ਸੜ ਗਿਆ ਹੈ ਮਨੂਆ। ਕਾਹਦੇ ਨਾਲ ਮਹਾਰਾਜ? ਕਹਿੰਦੇ ਪੰਜਾਂ ਵਕਾਰਾਂ ਰੂਪੀ ਜਿਹੜੇ ਕੋਲੇ ਪੈ ਰਹੇ ਨੇ, ਰੋਜ਼ ਇਹਨੂੰ ਸਾੜ ਰਹੇ ਹਨ। ਮਨ ਜਲਿਆ ਸੰਨੀ ਚਿੰਤ ਪਈ, ਭਏ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਕੱਚੋ ਕੰਚਨ ਬਇਓ ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ। ਮਨ ਅੰਦਰ ਇੱਕ ਉਦਾਸੀ ਵੀ ਆਈ ਵੀ ਜਿਹੜਾ ਹੁਣ ਸੜ ਗਿਆ ਵੀ ਇਹਦਾ ਕੋਈ ਹੱਲ ਹੈ। ਜਿਹੜਾ ਸੜ ਗਿਆ ਹੈ, ਜਿਹਨੂੰ ਕਹਿ ਹੀ ਦਿੱਤਾ ਵੀ ਇਹ ਪਾਪੀ ਹੈ, ਇਹਦਾ ਕੋਈ ਹੱਲ ਹੈ। ਤੇ ਸੱਚੇ ਪਾਤਸ਼ਾਹ ਜੀ ਦੀਆਂ ਅਗਲੀਆਂ ਪੰਕਤੀਆਂ ਕੰਨੀ ਪਈਆਂ, ਭਏ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ। ਜੇ ਕਿਤੇ ਗੁਰੂ ਮਿਲ ਜਾਏ। ਵਡੇਰੀ ਆਰਬਲਾ ਸੀ, ਮਨ ਦੇ ਅੰਦਰ ਆਸ ਬੱਝੀ ਕਿ ਸਮਰੱਥ ਗੁਰੂ ਮਿਲ ਜਾਏ, ਸਿੱਧੇ ਮਾਰਗ ਵਾਲੇ ਪਾਸੇ ਤੋਰ ਲੈਣ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਏ ਧੰਨ ਗੁਰੂ ਅਮਰਦਾਸ ਮਹਾਰਾਜ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਸ਼ਬਦ ਦੇ ਅੰਦਰ ਗੁਰਦੇਵ ਜੀਆਂ ਨੇ ਨਿਰਾਸ਼ ਨਹੀਂ ਕੀਤਾ। ਭਏ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤ ਓ ਦੇਵੈ, ਤਉ ਨਾਨਕ ਤ੍ਰਿਸ਼ਟ ਸਦੇਹਾ। ਨਾਮ ਰੂਪੀ ਅੰਮ੍ਰਿਤ ਰੂਪੀ ਕਣਕਾ ਮਹਾਰਾਜ ਝੋਲੀ ਵਿੱਚ ਬਖਸ਼ ਦੇਣ। ਸੜੇ ਹੋਏ ਹਿਰਦੇ, ਭੁੱਜੇ ਹੋਏ ਹਿਰਦੇ, ਵਕਾਰਾਂ ਦੀ ਅੱਗ ਵਿੱਚ ਸੜੇ ਹੋਏ ਹਿਰਦੇ ਵੀ ਸਿੱਧੇ ਮਾਰਗ ਵਾਲੇ ਪਾਸੇ ਗੁਰਦੇਵ ਸੱਚੇ ਪਾਤਸ਼ਾਹ ਤੋਰ ਲੈਣ। ਸੋ ਐਸੇ ਦੀਨ ਦਿਆਲ ਪਾਤਸ਼ਾਹ ਜਿਨ੍ਹਾਂ ਨੇ ਇੱਕ ਸ਼ਬਦ ਸੁਣਿਆ ਮਹਾਰਾਜ ਜੀ ਦਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੀਵਨ ਨੇ ਅਜਿਹਾ ਪਲਟਾ ਖਾਧਾ। ਇੰਨੀ ਮਹਾਰਾਜ ਜੀਆਂ ਦੀ ਬਖਸ਼ਿਸ਼ ਦੇ ਪਾਤਰ ਬਣੇ, ਨਜ਼ਰ ਦੇ ਪਾਤਰ ਬਣੇ, ਇੰਨੀ ਰਹਿਮਤ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਨੇ ਆਪਣਾ ਰੂਪ ਬਣਾ ਲਿਆ। ਸੀਸ ਤੇ ਨਿਰੰਜਨੀ ਛਤਰ ਚਲਾ ਦਿੱਤੇ। ਧੰਨ ਗੁਰੂ ਅਮਰਦਾਸ ਮਹਾਰਾਜ। ਐਸੇ ਪਾਤਸ਼ਾਹ ਜੀਆਂ ਦੇ ਸ਼ਬਦ ਅੱਜ ਦੇ ਆਏ ਹਨ ਸਾਧ ਸੰਗਤ ਜੀ। ਆਓ ਸਾਧ ਸੰਗਤ ਜੀਓ, ਗੁਰਦੇਵ ਜੀਆਂ ਦੇ ਸ਼ਬਦ ਸਾਡੇ ਜੀਵਨ ਦੇ ਅੰਦਰ ਜੀਵਨ ਦਾ ਆਧਾਰ ਬਣ ਜਾਣ। ਜੀਵਨ ਮਹਾਰਾਜ ਜੀਆਂ ਦੇ ਸ਼ਬਦ ਅਨੁਸਾਰੀ ਹੋ ਜਾਏ। ਕਰੋ ਮਨ ਬਿਰਤੀਆਂ ਨੂੰ ਇਕਾਗਰ, ਬਖਸ਼ੋ ਅਸੀਸ।
ਸ਼ਬਦ ਦੀ ਵਿਚਾਰ ਤੋਂ ਪ੍ਰਥਮ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਰਾਗ ਸੋਰਠ ਸ਼ਬਦ ਦੇ ਉਚਾਰਨ ਕਰਤਾ ਧੰਨ ਗੁਰੂ ਅਮਰਦਾਸ ਮਹਾਰਾਜ। ਮਹੱਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ। ਹੇ ਭਾਈ, ਉਹ ਗੁਰੂ ਦਾ ਸੇਵਕ ਸਿੱਖ ਹੈ, ਉਹ ਗੁਰੂ ਦਾ ਦੋਸਤ ਹੈ, ਤਥਾ ਉਹ ਹੀ ਗੁਰੂ ਦਾ ਰਿਸ਼ਤੇਦਾਰ ਬੰਧਪ ਉਹ ਹੈ। ਕੌਣ ਜੀ? ਜਿਹੜਾ ਗੁਰੂ ਦੀ ਮਰਜ਼ੀ ਵਿੱਚ ਤੁਰਿਆ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਤੇ ਜਿਹੜਾ ਕੋਈ ਸੱਜਣ, ਜਿਹੜਾ ਕੋਈ ਸੇਵਕ ਆਪਣੀ ਮਰਜ਼ੀ ਨਾਲ ਤੁਰ ਪਿਆ ਭਾਈ, ਫਿਰ ਉਹਨੇ ਵਿਛੜ ਕੇ ਝੋਟਾਂ ਹੀ ਪ੍ਰਾਪਤ ਕੀਤੀਆਂ। ਉਹਨੇ ਫਿਰ ਵਿਛੜ ਕੇ ਗੁਰੂ ਦੇ ਦੱਸੇ ਮਾਰਗ ਤੇ ਜਿਹੜਾ ਨਹੀਂ ਤੁਰਿਆ, ਉਹਨੇ ਫਿਰ ਵਿਛੜ ਕੇ ਝੋਟਾਂ ਹੀ ਖਾਧੀਆਂ, ਦੁੱਖ ਹੀ ਉਹਨੇ ਸਹੇੜੇ ਹਨ। ਇਸ ਪਾਵਨ ਮੁਬਾਰਕ ਪੰਕਤੀਆਂ ਦੇ ਆਪ ਗੁਰਮੁਖ ਪਿਆਰੇ ਨਿਤਾ ਪ੍ਰਤ ਰੋਜ਼ਾਨਾ ਸਤਿਗੁਰੂ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਸਰਵਣ ਕਰਨ ਵਾਲੇ ਸਰੋਤਾ ਜਨ ਹੋ, ਨੇਮ ਨਾਲ ਬਾਣੀ ਪੜਨ ਵਾਲੇ ਹੋ। ਮੇਰੇ ਦੀਨ ਦਿਆਲ ਪਾਤਸ਼ਾਹ ਜੀਆਂ ਨੇ ਸਿੱਖ ਦੀ ਜਾਂ ਬਾਣੀ ਪੜਨ ਵਾਲੇ ਦੀ ਰਹਿਨੁਮਾਈ ਕੀਤੀ। ਪੂਰਨੇ ਪਾਏ, ਪੂਰਨੇ ਬਈ ਇਹ ਫਲਾਣੇ ਕੰਮ ਕਰਨੇ ਹਨ, ਇਹ ਕੰਮ ਨਹੀਂ ਕਰਨੇ। ਬੱਚਾ ਹੋਵੇ, ਉਹ ਨਾ ਲਿਖਣਾ ਜਾਣਦਾ ਹੋਵੇ, ਪਹਿਲਾਂ ਫੱਟੀ ਤੇ ਪੂਰਨੇ ਪਾ ਦਿੱਤੇ ਗਏ, ਕਾਗਜ਼ ਤੇ ਪੈਨਸਲ ਨਾਲ ਲੀਕ ਵਾ ਦਿੱਤੀ ਵੀ ਨਹੀਂ ਬੱਚੇ ਨੂੰ ਲਿਖਣਾ ਆਉਂਦਾ ਵੀ ਆ ਲੀਕ ਵਾਈ ਹੈ, ਇਹਦੇ ਉੱਪਰ ਹੀ ਟੇਢੀਆਂ ਸਿੱਧੀਆਂ ਲੀਕਾਂ ਖਿੱਚ ਪੂਰਨੇ ਵਾਏ ਵੀ ਚਲੋ ਹੌਲੀ ਹੌਲੀ ਸਿੱਖ ਜਾਏਗਾ ਬਾਲ, ਹੌਲੀ ਹੌਲੀ ਅੱਖਰ ਸਿੱਧੇ ਪਾਉਣ ਲੱਗ ਜਾਏਗਾ। ਬੱਚਾ ਨਹੀਂ ਤੁਰਦਾ, ਤੁਰਨ ਵਾਸਤੇ ਅਨੇਕਾਂ ਸਾਧਨ। ਘਰ ਦੇ ਅੰਦਰ ਬੱਚੇ ਨੂੰ ਤੋਰਨਾ ਸਿਖਾਇਆ, ਉਂਗਲ ਪਕੜ ਕੇ ਹੌਲੀ ਹੌਲੀ ਏਦਾਂ ਤੁਰ, ਕਦੇ ਡਿੱਗਦਾ ਹੈ ਫਿਰ ਉੱਠਦਾ ਹੈ, ਫਿਰ ਤੋਰਿਆ ਗਿਆ। ਮੇਰੇ ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੀ ਰਹਿਮਤ ਕਰ ਰਹੇ ਹਨ ਕਿ ਹੇ ਭਾਈ, ਉਹ ਹੀ ਗੁਰੂ ਦਾ ਸੇਵਕ ਹੈ, ਉਹ ਗੁਰੂ ਦਾ ਭਰਾ ਹੈ, ਉਹ ਗੁਰੂ ਦਾ ਰਿਸ਼ਤੇਦਾਰ। ਮਹਾਰਾਜ ਕਿਹੜਾ? ਜਿਹੜਾ ਉਹਦੀ ਰਜ਼ਾ ਵਿੱਚ ਆਇਆ, ਜਿਹੜਾ ਉਹਦੀ ਮਰਜ਼ੀ ਨਾਲ ਤੁਰਿਆ। ਤੇ ਜਿਹੜਾ ਆਪਣੀ ਮਰਜ਼ੀ ਨਾਲ ਤੁਰਿਆ, ਮਹਾਰਾਜ ਕਹਿੰਦੇ ਜਿਹੜਾ ਆਪਣੀ ਮਰਜ਼ੀ ਨਾਲ ਤੁਰਿਆ ਭਾਈ, ਫਿਰ ਉਹ ਵਿਛੜ ਕੇ ਝੋਟਾਂ ਹੀ ਤਾਂ ਖਾਂਦਾ ਹੈ। ਸਿੱਖ ਦਾ ਮਤਲਬ ਕੀ ਹੈ? ਕਈ ਵਾਰ ਆਪਾਂ ਜਾਂਦੇ ਹਾਂ ਰਸਤੇ ਪੈਂਡਿਆਂ ਤੇ ਗੱਡੀਆਂ ਦੇ ਪਿੱਛੇ ਐਲ ਲਿਖਿਆ ਹੁੰਦਾ ਹੈ ਸ਼ੀਸ਼ੇ ਤੇ, ਮਿਰਰ ਤੇ, ਪਿਛਲੇ ਬੈਕ ਸ਼ੀਸ਼ੇ ਦੇ ਉੱਪਰ। ਇਹਦਾ ਮਤਲਬ ਵੀ ਇਹ ਗੱਡੀ ਸਿੱਖ ਰਿਹਾ ਹੈ, ਲਰਨਿੰਗ ਹੈ ਇਹਦਾ, ਅਜੇ ਇਹ ਸਿੱਖ ਰਿਹਾ ਹੈ। ਸਿੱਖ ਤਾਂ ਜੀਵਨ ਦੇ ਅੰਦਰ ਸਾਰਾ ਜੀਵਨ ਹੀ ਸਿੱਖਦਾ ਰਹਿੰਦਾ ਹੈ। ਗੁਰੂ ਦੇ ਪਾਸੋਂ ਜੀਵਨ ਕਿਵੇਂ ਚੱਲਣਾ ਹੈ, ਸਾਰਾ ਉਮਰ ਹੀ ਸਿਖਿਆਰਥੀ ਹੈ, ਵਿਦਿਆਰਥੀ ਹੈ। ਉਹ ਸਾਰਾ ਉਮਰ ਹੀ ਸਿੱਖਦਾ ਰਹਿੰਦਾ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ, ਹੇ ਭਾਈ, ਜਿਹੜਾ ਆਪਣੀ ਮਰਜ਼ੀ ਨਾਲ ਤੁਰਿਆ, ਵੇਖ ਸੱਜਣਾ, ਜਿਹੜਾ ਤੈਨੂੰ ਗੁਰੂ ਨੇ ਬਖਸ਼ਿਸ਼ ਕੀਤਾ ਹੈ, ਗੁਰੂ ਨਾਲੋਂ ਸਿਆਣਾ ਨਾ ਬਣੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਲੋਂ ਸਿਆਣਾ ਨਾ ਬਣੀ ਕਿ ਜੇ ਸਤਿਗੁਰੂ ਏਦਾਂ ਨਾ ਏਦਾਂ ਕਹਿ ਦਿੰਦੇ। ਆਹ ਇੱਕ ਘਟਨਾ ਯਾਦ ਆਈ।
10ਵੇਂ ਪਾਤਸ਼ਾਹ ਮਹਾਰਾਜ ਗੁਰਦੇਵ ਸੱਚੇ ਪਾਤਸ਼ਾਹ ਜੀਆਂ ਦੇ ਸਨ 1675 ਨੂੰ ਪਿਤਾ ਗੁਰੂ ਜੀ ਦੀ ਸ਼ਹਾਦਤ ਹੁੰਦੀ ਹੈ। ਸ਼ਹਾਦਤ ਹੋਈ। ਅਗਾ 8 ਦਸੰਬਰ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸ਼ਹੀਦੀ ਪੁਰਬ ਹਰ ਸਾਲ ਸੰਗਤਾਂ ਭਾਵਨਾ ਨਾਲ ਯਾਦ ਕਰਦੀਆਂ ਹਨ। ਸਤਿਗੁਰੂ ਮਹਾਰਾਜ ਜੀਆਂ ਦੀ ਉਮਰ 9 ਵਰ੍ਹਿਆਂ ਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਭੰਗਾਣੀ ਦੇ ਜੰਗ ਯੁੱਧ ਹੋਏ। ਆਨੰਦਪੁਰ ਸਾਹਿਬ ਦੇ ਮੁਬਾਰਕ ਸਥਾਨਾਂ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਮਹਾਰਾਜ ਜੀਆਂ ਨੇ ਖਾਲਸਾ ਸਾਜਿਆ। ਪਹਾੜੀ ਰਾਜਿਆਂ ਨੇ ਨਾ ਸੁਨੇਹਾ ਭੇਜਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਵੀ ਸਾਡੀ ਇੱਕ ਸ਼ਰਤ ਹੈ ਵੀ ਅਸੀਂ ਖੰਡੇ ਬਾਟੇ ਦੀ ਪੌਲ ਛਕਾਂਗੇ, ਪਰ ਮਹਾਰਾਜ ਕਹਿੰਦੇ ਦੱਸੋ ਜੇ ਛਕਣੀ ਹੈ। ਕੱਲੇ ਅਸੀਂ ਨਹੀਂ, ਨਾਲ ਸਾਡੀਆਂ ਫੌਜਾਂ ਵੀ ਹੋਣਗੀਆਂ, ਵੱਡੀ ਤਾਦਾਦ ਹੋਵੇਗੀ, ਵੱਡੀ ਨਿਫਰੀ ਵੱਡੀ ਗਿਣਤੀ ਹੋਵੇਗੀ। ਮਹਾਰਾਜ ਕਹਿੰਦੇ ਠੀਕ ਹੈ, ਪਰ ਕਹਿੰਦੇ ਸਾਡੇ ਵਾਸਤੇ ਨਾ ਤੁਸੀਂ ਵੱਖਰਾ ਹੋਏ ਬਾਟਾ ਤਿਆਰ ਕਰੋ, ਅਸੀਂ ਇਹਨਾਂ ਨੀਵਿਆਂ ਦੇ ਸੰਗ ਬਹਿ ਕੇ ਨਹੀਂ ਛਕਣਾ। ਸਿੱਖ ਲੱਗੇ ਕਹਿਣ ਮਹਾਰਾਜ ਵੀ ਜੇ ਏਡੀ ਵੱਡੀ ਗਿਣਤੀ ਤਾਦਾਦ ਆਉਂਦੇ ਨੇ ਕੋਈ ਗੱਲ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਭਾਈ, ਗੱਲ ਕੱਲੀ ਇੱਥੇ ਗਿਣਤੀ ਵਧਾਉਣ ਦੀ ਨਹੀਂ, ਗੱਲ ਤਾਂ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਨੇ ਪੂਰਨੇ ਪਾਏ ਹਨ। ਜਿਹੜਾ ਮਾਰਗ ਦੱਸਿਆ ਹੈ ਉਸੇ ਮਾਰਗ ਅਨੁਸਾਰ ਤੁਰਨਾ ਹੈ, ਭਾਵੇਂ ਗਿਣਤੀ 1 ਹੋਵੇ ਭਾਵੇਂ ਗਿਣਤੀ 1000 ਹੋਵੇ। ਜੋ ਮਾਲਕ ਸੱਚੇ ਪਾਤਸ਼ਾਹ ਜੀਆਂ ਨੇ, ਗੁਰਦੇਵ ਜੀਆਂ ਨੇ ਜਿਹੜਾ ਰਸਤਾ ਦ੍ਰਿੜ ਕਰਵਾਇਆ ਹੈ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਰੱਬੀ ਬਾਣੀ ਅੰਦਰ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸਤਿਗੁਰੂ ਜੀਆਂ ਨੇ ਸਾਡੇ ਜੀਵਨ ਦੀ ਰਹਿਨੁਮਾਈ ਕੀਤੀ। ਜਿਵੇਂ ਬੱਚੇ ਵਾਸਤੇ ਪੂਰਨੇ ਪਾਏ ਗਏ ਨੇ ਨਾ, ਉਦਾਂ ਮਾਲਕ ਨੇ ਪੂਰਨੇ ਪਾਏ ਸਾਡੇ ਲਈ। ਰਸਤੇ ਤੋਂ ਜਾਣੇ ਹਾਂ, ਰਸਤੇ ਪੈਂਡੇ ਤੇ ਗਏ, ਅੱਗੇ ਸਾਈਨ ਬੋਰਡ ਲੱਗਾ ਹੈ ਵੀ ਆਹ ਰਸਤਾ ਠੀਕ ਹੈ, ਆਹ ਰਸਤਾ ਸਹੀ ਨਹੀਂ ਹੈ। ਜਿਹੜਾ ਰਸਤਾ ਸਹੀ ਲਿਖਿਆ ਹੋਣ ਦੇ ਬਾਵਜੂਦ ਜੇ ਕੋਈ ਉਲਟ ਰਸਤੇ ਪੈ ਜਾਏ ਫਿਰ ਕਿਸੇ ਨੂੰ ਕੋਈ ਹੈ ਲਾਮਾ? ਕੋਈ ਲਾਮਾ ਤਾਂ ਨਹੀਂ ਨਾ ਵੀ ਜਦੋਂ ਲਿਖਿਆ ਸੀ ਵੀ ਸੱਜਣਾ ਤੂੰ ਜਾਣ ਕੇ ਦੂਸਰੇ ਬੰਨੇ ਆਇਆ ਹੈ। ਸ਼ਹਿਨਸ਼ਾਹ ਜੀਆਂ ਨੇ ਪਾਵਨ ਬਾਣੀ ਅੰਦਰ ਰਹਿਮਤਾਂ ਕੀਤੀਆਂ, ਸਾਡੇ ਜੀਵਨ ਦੇ ਹਰ ਇੱਕ ਪੱਖ ਨੂੰ ਉਜਾਗਰ ਕੀਤਾ। ਜਦੋਂ ਮਰਜ਼ੀ ਨਾਲ ਰਸਤਾ ਬਦਲ ਕੇ ਤੁਰੇ ਤੇ ਦੁੱਖ ਵੀ ਆਏ ਤੇ ਚੋਟਾਂ ਵੀ ਖਾਧੀਆਂ, ਫਿਰ ਕਿਸੇ ਨੂੰ ਲਾਮੇ ਤਾਂ ਹੈ ਹੀ ਨਹੀਂ ਨਾ। ਬਾਬਾ ਕਬੀਰ ਸਾਹਿਬ ਜੀਆਂ ਨੇ ਰਹਿਮਤ ਕੀਤੀ ਨਾ, ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ। ਮਨ ਜਾਣਦਾ ਗੱਲਾਂ ਨਹੀਂ ਜਾਣਦਾ, ਜਾਣਦਾ ਹੈ, ਜਾਣ ਬੁੱਝ ਕੇ ਔਗਣ ਕਰਦਾ ਹੈ। ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ। ਹੱਥ ਤੇ ਦੀਵਾ ਰੱਖਿਆ, ਟੋਏ ਵਿੱਚ ਡਿੱਗ ਗਿਆ। ਚਾਨਣ ਹੈ, ਲਾਲਟਨ ਕੋਲ ਹੈ, ਫਿਰ ਵੀ ਟੋਏ ਵਿੱਚ ਡਿੱਗ ਗਿਆ। ਫਿਰ ਕਿਸੇ ਨੂੰ ਕੀ ਕੋਈ ਲਾਮਾ ਹੈ ਭਾਈ? ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੇ। ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਚਾਨਣ ਹੋਣ ਦੇ ਬਾਵਜੂਦ ਵੀ ਚਲੋ ਜੇ ਕੋਈ ਸੁਜਾਖਾ ਜਾਂ ਆਪਣਾ ਅੰਨਾ ਮਨੁੱਖ ਹੁੰਦਾ, ਨੇਤਰਾਂ ਤੋਂ ਨਾ ਦਿਸਦਾ ਹੁੰਦਾ ਭਾਈ, ਉਹ ਡਿੱਗ ਜਾਂਦਾ, ਲੋਕ ਉਹਨੂੰ ਚੁੱਕ ਵੀ ਲੈਂਦੇ, ਦੱਸ ਵੀ ਦਿੰਦੇ। ਅੱਖਾਂ ਹੁੰਦਿਆਂ ਵੀ ਜੇ ਕੋਈ ਡਿੱਗ ਗਿਆ ਲੋਕ ਕਹਿੰਦੇ ਭਾਈ ਤੂੰ ਵੇਖ ਕੇ ਚੱਲਣਾ ਸੀ ਨਾ। ਮੇਰੇ ਸਤਿਗੁਰੂ ਜੀਆਂ ਨੇ ਰਹਿਮਤ ਕੀਤੀ, ਰੱਬੀ ਪਾਵਨ ਪਵਿੱਤਰ ਬਾਣੀ ਅੰਦਰ ਸਤਿਗੁਰੂ ਜੀਆਂ ਦਾ ਪਾਵਨ ਪਵਿੱਤਰ ਬਚਨ ਬਖਸ਼ਿਸ਼ ਕੀਤਾ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ, ਵਸਾਰੇ ਦੂਜਾ ਭਾਓ ਜੀਓ। ਇਤ ਮਾਰਗ ਸੋ ਸਿੱਖ ਸਖਾ, ਬੰਦਪ ਹੈ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੇ। ਉਹ ਮਾਰਗ ਤੇ ਚੱਲ, ਆਪਣੇ ਮਨ ਦੀ ਮਰਜ਼ੀ ਨਾ ਕਰੀ। ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਸ਼ਬਦ ਹੈ ਨਾ,
ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਕਹਿੰਦੇ ਮਨ ਦੀ ਮਤ ਛੱਡ ਤੇ ਕੀ ਕਰ, ਗੁਰ ਸਤਿਗੁਰ ਕੀ ਮਤ ਲੈਣੀ। ਗੁਰੂ ਮਾਲਕ ਸੱਚੇ ਪਾਤਸ਼ਾਹ ਜੀ ਦੀ ਤੂੰ ਮਤ, ਗੁਰੂ ਦੀ ਮਤ ਲੈ, ਆਪਣੀ ਮਤ ਨਾ ਚਲਾ, ਆਪਣੀ ਮਤ ਨੂੰ ਵੱਡਿਆ ਨਾ ਕਰ, ਗੁਰੂ ਦੀ ਮਤ ਨੂੰ ਵੱਡਿਆ ਕਰ। ਜੋ ਮਾਰਗ ਤੈਨੂੰ ਤੇਰੇ ਗੁਰੂ ਨੇ ਤੈਨੂੰ ਦਰਸਾਇਆ ਹੈ, ਜਿਹੜਾ ਮਤ ਜਿਹੜਾ ਰਸਤਾ ਤੈਨੂੰ ਗੁਰੂ ਨੇ ਦੱਸਿਆ ਹੈ, ਉਸੇ ਰਸਤੇ ਉੱਪਰ ਤੂੰ ਚੱਲ ਜੇ ਤੂੰ ਜੀਵਨ ਦਾ ਸੁੱਖ ਪਾਉਣਾ ਚਾਹੁੰਦਾ ਹੈ। ਮਹਾਰਾਜ ਕਹਿੰਦੇ ਉਹ ਮੇਰਾ ਭਾਈ ਹੈ, ਉਹ ਮੇਰਾ ਬੰਧਪ ਹੈ, ਉਹ ਮੇਰਾ ਰਿਸ਼ਤੇਦਾਰ, ਉਹ ਮੇਰਾ ਸਕਾ ਸੰਬੰਧੀ ਹੈ। ਤੁਰੇ ਨਾ ਭਾਈ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਚਾਲੇ। ਇਤਿਹਾਸਕਾਰ ਲਿਖਦੇ ਹਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਨਮ ਸਾਖੀਆਂ ਦੇ ਅੰਦਰ ਭਾਈ ਮਰਦਾਨੇ ਵਾਸਤੇ ਸ਼ਬਦ ਭਾਈ ਵਰਤਿਆ, ਮੇਰਾ ਭਰਾ ਹੈ, ਮੇਰਾ ਭਰਾ। ਮਹਾਰਾਜ ਜੀਆਂ ਦੀ ਮੱਤ ਵਿੱਚ ਤੁਰਿਆ। ਮੇਰੇ ਪਾਤਸ਼ਾਹ ਜੀਆਂ ਨੇ ਫਿਰ ਉਪਦੇਸ਼ ਵੀ ਦਿੱਤੇ, ਮਰਦਾਨਿਆਂ ਕੇਸਾਂ ਦਾ ਕਤਲ ਨਾ ਕਰੀ। ਭਾਈ ਮਰਦਾਨਾ ਸਾਹਿਬ ਲਈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਹੜੇ ਉਪਦੇਸ਼ ਗੁਰਦੇਵ ਮਹਾਰਾਜ ਜੀਆਂ ਨੇ ਕੀਤੇ, ਇਤਿਹਾਸ ਦੇ ਅੰਦਰ ਆਪਾਂ ਸਰਵਣ ਕਰਨੇ ਹਾਂ। ਮਰਦਾਨਿਆਂ ਨਸ਼ੇ ਤਿਆਦਕ ਦਾ ਸੇਵਨ ਨਹੀਂ ਕਰਨਾ, ਕੱਲਾ ਭਾਈ ਮਰਦਾਨੇ ਵਾਸਤੇ ਉਪਦੇਸ਼ ਨਹੀਂ, ਉਹ ਸਾਰਿਆਂ ਦੇ ਵਾਸਤੇ ਆ ਉਪਦੇਸ਼। ਚੌ ਵਰਨਾ ਕੋ ਸਾਂਝਾ ਹੈ, ਕੋਈ ਵੀ ਉਹਨੂੰ ਸਮਝ ਲਏ, ਕੋਈ ਵੀ ਉਹਨੂੰ ਸੁਣ ਲਏ। ਤੇ ਸਤਿਕਾਰਯੋਗ ਭਾਈ ਮਰਦਾਨਾ ਸਾਹਿਬ ਵੀ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮੁਬਾਰਕ ਦੱਸੇ ਰਸਤੇ ਉੱਪਰ ਹੀ ਤੁਰੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸਾਏ ਪੈਂਡਿਆਂ ਉੱਪਰ ਤੁਰੇ ਹਨ। ਜੇ ਗੁਰਦੇਵ ਮਹਾਰਾਜ ਜੀਆਂ ਨੇ ਰਹਿਮਤ ਕੀਤੀ, ਨਸ਼ੇ ਤਿਆਦਕ ਦੇ ਸੇਵਨ ਤੋਂ ਸਾਨੂੰ ਵਰਜਿਆ, ਤੇ ਜੇ ਕੋਈ ਅੱਜ ਵਰਤ ਰਿਹਾ ਹੈ ਉਹਨੂੰ, ਤੇ ਜਿਹੜਾ ਉਹਦਾ ਫਿਰ ਭਾਈ ਹਸ਼ਰ ਹੈ ਉਹ ਵੀ ਅੱਖਾਂ ਸਾਹਮਣੇ ਹੈ। ਵਿਛੜ ਚੋਟਾ ਖਾਵਾ ਹੈ। ਗੁਰਦੇਵ ਜੀਆਂ ਨੇ ਰਹਿਮਤ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਮਾਰਗ ਦਰਸਾਇਆ। ਜਿਵੇਂ ਇੱਕ ਸ਼ਬਦ ਆਉਂਦਾ ਹੈ ਨਾ, ਚਲਤ ਕਤ ਟੇਢੇ ਟੇਢੇ ਟੇਢੇ, ਗੁਰਬਾਣੀ ਦਾ ਸ਼ਬਦ ਹੈ, ਬਚਨ ਹੈ, ਚਲਤ ਕਤ ਟੇਢੇ ਟੇਢੇ ਟੇਢੇ। ਕਿਉਂ ਤੂੰ ਹੋਰ ਮਾਰਗ ਦੇ ਉੱਪਰ ਚੱਲਦਾ ਹੈ, ਗੁਰੂ ਦੇ ਦੱਸੇ ਮਾਰਗ ਨੂੰ ਛੱਡ ਕੇ। ਗੁਰੂ ਨੇ ਤੇ ਰਹਿਮਤ ਕੀਤੀ ਹੈ, ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੁੱਲਿਆਂ ਨੂੰ ਤਾਂ ਮਹਾਰਾਜ ਜੀਆਂ ਨੇ ਰਸਤਾ ਦੱਸਿਆ ਵੀ ਆਹ ਰਸਤਾ ਹੈ। ਸਿੱਖ ਨੂੰ ਰਸਤਾ ਦੱਸ ਦਿੱਤਾ ਵੀ ਸੱਜਣਾ ਆਹ ਰਸਤਾ ਹੈ, ਹੁਣ ਚੱਲ, ਉਹਦਾ ਤੇਰੀ ਮਰਜ਼ੀ ਹੈ। ਜੇ ਰਸਤੇ ਉੱਪਰ ਚੱਲੇਗਾ, ਅਗਲੀ ਪੰਕਤੀ ਵਿੱਚ ਦਾਤੇ ਨੇ, ਦਾਤਾਰ ਗੁਰਦੇਵ ਜੀਆਂ ਨੇ ਨਿਰਣਾ ਵੀ ਕੀਤਾ, ਜਿਹੜੇ ਤੁਰੇ ਹਨ ਉਹਨਾਂ ਪਰਥਾਏ ਮਹਾਰਾਜ ਜੀ ਦੱਸਦੇ ਹਨ, ਹੈ ਭਾਈ ਜਿਹੜੇ ਉਹਦੇ ਦਰਸਾਏ ਰਸਤੇ ਉੱਪਰ ਤੁਰੇ, ਉਹ ਕਿਸ ਪ੍ਰਕਾਰ ਸੁਹੇਲੇ ਹੋਏ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਫਿਰ ਪਛਤਾਵੈ। ਬਿਨਾ ਸਤਿਗੁਰ ਤੋਂ ਸੁਖ ਕਦੇ ਨਾ ਪਾਵੈ ਭਾਈ। ਬਿਨਾ ਸਤਿਗੁਰ ਤੋਂ, ਬਿਨਾ ਸਤਿਗੁਰ ਦੀ ਬਾਣੀ ਤੋਂ ਜੀਵ ਨੇ ਕਦੇ ਸੁਖ ਨਹੀਂ ਪ੍ਰਾਪਤ ਕੀਤਾ। ਫਿਰ ਫਿਰ ਪਛਤਾਵੈ, ਫਿਰ ਫਿਰ ਕੇ ਦੁਬਾਰਾ ਭਟਕ ਭਟਕ ਕੇ ਉਹ ਪਛਤਾਵੇ ਵਿੱਚ ਹੀ ਜੀਵਨ ਬਤੀਤ ਕਰਦਾ ਹੈ। ਹਰ ਕੇ ਦਾਸ ਸੁਹੇਲੇ ਭਾਈ, ਹਰੀ ਦੇ ਦਾਸ ਸੁਹੇਲੇ ਹਨ। ਸੁਹੇਲਾ ਉਹਨਾਂ ਨੇ ਜੀਵਨ ਬਤੀਤ ਕੀਤਾ, ਸੁਖੀ ਜੀਵਨ ਬਤੀਤ ਕੀਤਾ। ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਆਪੇ ਮੇਲ ਮਿਲਾਈ। ਮਾਲਕ ਜੀਆਂ ਨੇ ਜਨਮਾਂ ਜਨਮਾਂ ਦੇ ਕਿਲ ਬਿਖ ਪਾਪ
ਕੱਟ ਕੇ ਆਪੇ ਵਿੱਚ ਉਹਨਾਂ ਨੂੰ ਮੇਲ ਲਿਆ। ਆਪੇ ਵਿੱਚ ਉਹਨਾਂ ਨੂੰ, ਕਿਹਨਾਂ ਨੂੰ? ਜਿਹੜੇ ਉਹਦੇ ਦਰਸਾਏ ਰਸਤੇ ਉੱਪਰ ਚੱਲੇ ਹਨ। ਬਾਹਰ ਜਾਉ ਗੁਰ ਆਪਣੇ ਉੱਪਰ, ਜਿਨ ਹਰ ਹਰ ਨਾਮ ਦ੍ਰਿੜਾਇਆ। ਮਹਾ ਉਦਿਆਨ ਅੰਧਕਾਰ ਮੈਂ, ਜਿਨ ਸੀਧਾ ਮਾਰਗ ਦਿਖਾਇਆ। ਮਾਰਨੇ ਜਾਵਾਂ ਮੈਂ ਆਪਣੇ ਗੁਰੂ ਤੋਂ, ਜਿਨੇ ਹਰੀ ਦਾ ਨਾਮ ਦ੍ਰਿੜ ਕਰਵਾਇਆ। ਔਰ ਹਨੇਰੇ ਉੱਜੜ ਰਸਤੇ ਦੇ ਅੰਦਰ, ਹਨੇਰੇ ਰਾਤ ਦੇ ਅੰਦਰ, ਮਹਾ ਧਿਆਨ ਅੰਧਕਾਰ ਮੈਂ, ਜੰਗਲਾ ਰਸਤਾ, ਬੜਾ ਉੱਚਾ ਨੀਵਾਂ ਰਸਤਾ, ਝਾੜੀਆਂ, ਮਹਾ ਉਦਿਆਨ, ਕੱਲਾ ਜੰਗਲ ਨਹੀਂ, ਨਾਲ ਸ਼ਬਦ ਵਰਤ ਦਿੱਤੇ, ਮਹਾ ਉਦਿਆਨ ਅੰਧਕਾਰ ਮੈਂ, ਹਨੇਰੇ ਵਿੱਚ, ਜਿਨ ਸੀਧਾ ਮਾਰਗ ਦਿਖਾਇਆ। ਜਿਹਨੇ ਰਸਤਾ ਦੱਸ ਦਿੱਤਾ, ਰਸਤਾ ਤਾਂ ਆ ਹੈ ਸਿੱਧਾ, ਆ ਹੈ ਰਸਤਾ ਸਿੱਧਾ। ਗੁਰਦੇਵ ਜੀਆਂ ਨੇ ਤਾਂ ਰਸਤਾ ਦੱਸਿਆ ਹੈ। ਹੁਣ ਭਾਈ, ਹੁਣ ਮਰਜ਼ੀ ਹੈ, ਹੁਣ ਭਾਈ ਤੁਰੇ ਜਾਂ ਨਾ ਤੁਰੇ। ਗੁਰਦੇਵ ਜੀਆਂ ਨੇ ਤਾਂ ਰਸਤਾ ਦੱਸਿਆ ਹੈ ਵੀ ਆਹ ਰਸਤਾ ਸਿੱਧਾ ਹੈ। ਕਿਉਂ ਤੂੰ ਗਲਤ ਰਸਤੇ, ਟੇਢੇ ਰਸਤੇ ਉੱਪਰ ਤੂੰ ਕਿਉਂ ਜਾਣਾ ਹੈ? ਗੁਰਦੇਵ ਜੀਆਂ ਨੇ ਸਿੱਖ ਦੇ ਜੀਵਨ ਦੀ ਨਾ ਹਰ ਪੱਖ ਤੋਂ ਮੇਰੇ ਸ਼ਹਿਨਸ਼ਾਹ ਜੀ ਨੇ ਘਾੜਤ ਘੜੀ ਹੈ। ਕੱਲ ਪਰਸੋਂ ਇਹ ਜਿਹੜਾ ਵਰਤ ਰੱਖਦੀਆਂ ਹਨ ਮਾਈਆਂ, ਵੇਖਦੇ ਹਾਂ। ਚਲੋ ਜੇ ਕੋਈ ਮਤ ਰੱਖਦਾ ਹੈ ਭਾਈ, ਉਹਨਾਂ ਨੂੰ ਮੁਬਾਰਕ ਹੈ, ਜਿਹੜੇ ਰੱਖਦੇ ਹਨ ਭਾਈ ਰੱਖੋ। ਪਰ ਜੇ ਕੋਈ ਜਾਣ ਬੁੱਝ ਕਰਕੇ ਉਸ ਮਾਰਗ ਵਾਲੇ ਪਾਸੇ ਤੁਰਨਾ ਚਾਹੇ, ਹੁਣ ਸ਼ਹਿਨਸ਼ਾਹ ਜੀਆਂ ਨੇ ਤਾਂ ਬਾਣੀ ਅੰਦਰ ਕਈ ਥਾਵਾਂ ਤੇ ਗੁਰਦੇਵ ਜੀਆਂ ਨੇ ਦੱਸਿਆ, ਛੋਡਾ ਅੰਨ ਕਰੈ ਪਾਖੰਡ। ਮਹਾਰਾਜ ਕਹਿੰਦੇ ਭਾਈ ਕਦੇ ਵਰਤ ਨਾ ਰਹੋ ਨਾ ਮਹਿ ਰਮਦਾਨਾ, ਤਿਸ ਸੇਵੀ ਜੋ ਰੱਖੈ ਨਿਦਾਨਾ। ਦਰਸ਼ਨ ਕਰਨੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ, ਜਿਨ੍ਹਾਂ ਬਚਨਾਂ ਅੰਦਰ ਸਿੱਖ ਦੀ ਪਰਿਭਾਸ਼ਾ ਦਿੱਤੀ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾਨੈ। ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ, ਮੜੀ ਮੱਠ ਭੂਲ ਨਾ ਮਾਨੈ। ਬ੍ਰਤ ਗੋਰ ਮੜੀ ਮੱਠ ਭੂਲ ਨਾ ਮਨ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗਾ ਘਟ ਮੈਂ, ਤਬ ਖਾਲਸ ਤਾਹੀਂ ਨਖਾਲਸ ਜਾਨੈ। ਹੁਣ ਸਤਿਗੁਰੂ ਜੀਆਂ ਨੇ ਤਾਂ ਸਪਸ਼ਟ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਰਹਿਮਤ ਕੀਤੀ। ਸਤਿਗੁਰੂ ਮਹਾਰਾਜ ਜੀ ਤਾਂ ਮੁਬਾਰਕ ਜਿਹੜਾ ਰਸਤਾ ਦਰਸਾ ਰਹੇ ਹਨ। ਪਰ ਭਾਈ ਜੇ ਕੋਈ ਇਹਨਾਂ ਰਸਤਿਆਂ ਦੇ ਹੁੰਦਿਆਂ ਵੀ ਉਲਟ ਮਾਰਗ ਵੱਲ ਜਾਣ ਬੁੱਝ ਕੇ ਤੁਰੇ, ਜੋ ਸਿੱਖਾਂ ਮੈਂ ਚੂਕ ਵਾਲੀ ਗੱਲ ਹੋ ਗਈ। ਜੋ ਸਿੱਖਾਂ ਮੈਂ ਚੂਕ, ਗੁਰੂ ਵਿੱਚ ਚੂਕ ਨਹੀਂ, ਸਿੱਖ ਵਿੱਚ ਚੁੱਕ ਹੈ। ਉਹ ਸ਼ਬਦ ਨੂੰ ਮੰਨਣ ਵਾਲੇ, ਸ਼ਬਦ ਦਾ ਅਭਿਆਸ ਕਰਨ ਵਾਲੇ ਜਾਂ ਵਿਦਿਆਰਥੀ ਜੀਵਨ, ਗੁਰੂ ਅਧਿਆਪਕ ਨੇ ਤਾਂ ਆਪਣਾ ਜੋ ਰੋਜ਼ਾਨਾ ਦਾ ਲੈਸਨ ਹੈ ਉਹ ਤਾਂ ਦਿੱਤਾ ਹੈ, ਨਹੀਂ ਪੜਿਆ, ਨਹੀਂ ਉਹਨੂੰ ਕਮਾਇਆ, ਨਹੀਂ ਉਹਨੂੰ ਜੀਵਨ ਦੀ ਘਾੜਤ ਕੜੀ। ਪਰ ਦੂਜੇ ਬੰਨੇ ਮਾਲਕ ਜੀਆਂ ਨੇ ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ, ਆਪੇ ਮੇਲ ਮਿਲਾਈ, ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਉਹਨਾਂ ਨੂੰ ਆਪਣੇ ਨਾਲ ਗੁਰਦੇਵ ਜੀਆਂ ਨੇ, ਮਾਲਕ ਜੀਆਂ ਨੇ ਥਾਂ ਦੇ ਦਿੱਤੀ। ਰਹਾਉ ਇਹ ਕੁਟੰਬ ਸਭ ਜੀ ਕੇ ਬੰਧਨ ਪਾਈ, ਪਰਮ ਭੁਲਾ ਸੰਸਾਰਾ। ਇਹ ਗੁਰੂ ਦੀ ਰਜ਼ਾ ਤੋਂ ਬਿਨਾ ਤੁਰਨ ਦੇ ਅੰਦਰ, ਗੁਰੂ ਤੋਂ ਬਿਨਾ, ਇਹ ਕੁਟੰਬ ਸਭ ਜੀ ਕੇ ਬੰਧਨ ਭਾਈ। ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਪਾਠ ਕਰ ਰਹੇ, ਪਾਠ ਕਰਦਿਆਂ ਕਰਦਿਆਂ ਸ਼ਬਦ ਪੰਕਤੀ ਆਈ, ਪੁੱਤਰ ਕਲਤਰ ਗ੍ਰਿਸਤ ਕਾ ਫਾਸਾ, ਹੋਣ ਨਾ ਪਾਈਐ ਰਾਮ ਕੇ ਦਾਸਾ। ਕਹਿੰਦੇ ਵੀ ਰਾਮ ਦੇ ਦਾਸ ਤੇ ਬਣ ਜਾਈਏ। ਪੁੱਤਰ ਕਲਤਰ ਗ੍ਰਿਸਤ ਕਾ ਫਾਸਾ, ਹੋਣ ਨਾ ਪਾਈਐ ਰਾਮ ਕੇ ਦਾਸਾ। ਮਹਾਰਾਜ ਇਹ ਕਿਉਂ ਨਹੀਂ ਹੋਣ ਦਿੰਦੇ? ਸਤਿਗੁਰੂ ਜੀ ਨੇ ਅੱਜ ਰਹਿਮਤ ਕੀਤੀ। ਇਹ ਕੁਟੰਬ
ਸਭ ਜੀ ਕੇ ਬੰਧਨ, ਜਿੰਦ ਦੇ ਬੰਧਨ ਬਣ ਗਏ। ਕਿਉਂ ਜੀ? ਕਹਿੰਦੇ ਗੁਰੂ ਦੀ ਰਜ਼ਾ ਤੋਂ ਬਿਨਾ ਤੁਰਨ ਦੇ ਅੰਦਰ, ਜਿਹੜੇ ਆਪਣੀ ਮਰਜ਼ੀ ਨਾਲ ਹੋ ਕੇ ਤੁਰੇ। ਗੁਰੂ ਦੀ ਰਜ਼ਾ ਦੇ ਨਾਲ ਤੁਰਦੇ ਮਾਲਕ ਸੱਚੇ ਪਾਤਸ਼ਾਹ ਸਿਖਾ ਦਿੰਦੇ ਵੀ ਇਹਨਾਂ ਨਾਲ ਕਿਵੇਂ ਵਰਤਣਾ ਹੈ ਤੇ ਗੁਰੂ ਨਾਲ ਕਿਵੇਂ ਵਰਤਣਾ ਹੈ। ਵਰਤਣਾ ਤਾਂ ਹੈ ਸੰਸਾਰ ਵਿੱਚ, ਕੁਟੰਬ ਨਾਲ ਕੀ ਵਰਤਣਾ ਨਹੀਂ। ਜੇ ਅਜਿਹਾ ਹੈ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਉਹਨਾਂ ਦਾ ਜਿਹੜਾ ਮੁਬਾਰਕ ਪੰਥ, ਨਿਰਾਲਾ ਪੰਥ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਿਹੜਾ ਫਿਰ ਉਹਨਾਂ ਰਸਤਾ ਦੱਸਿਆ ਹੈ ਭਾਈ, ਫਿਰ ਉਹ ਰਸਤਾ ਕੀ ਹੈ? ਉਹ ਤਾਂ ਫਿਰ ਨਾਨਕ ਆਖੈ ਭੰਗਰ ਨਾ ਤੇਰੀ ਮਾਉਕ ਚੱਜੀ ਆਈ। ਭਾਈ ਗੁਰਦਾਸ ਜੀ ਨੇ ਤੱਕ ਪੌੜੀ ਵਿੱਚ ਸਾਰਾ ਜ਼ਿਕਰ ਕੀਤਾ ਹੈ ਨਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀ ਆਪਾ ਸਾਰਾ। ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਕਰਤਾਰਪੁਰ, ਜੋਗੀਆਂ ਵਾਲੇ ਸੰਨਿਆਸੀ ਜਿਹੜੇ ਕੱਪੜੇ ਸਨ ਮਹਾਰਾਜ ਜੀਆਂ ਦੇ, ਉਹ ਨਾ ਉਤਾਰ ਦਿੱਤੇ। ਸੰਸਾਰੀ ਕੱਪੜੇ ਗੁਰਦੇਵ ਜੀਆਂ ਨੇ ਪਾ ਲਏ, ਖੇਤੀਬਾੜੀ ਕੀਤੀ। ਇਹਨਾਂ ਦੁਬਾਰਾ ਫਿਰ ਉੱਥੇ ਅਚਲ ਬਟਾਲੇ ਮੇਲਾ ਆ ਗਿਆ। ਮਹਾਰਾਜ ਜੀ ਸੰਸਾਰੀ ਕੱਪੜੇ ਪਾ ਕੇ ਬਟਾਲੇ ਆ ਗਏ ਮਹਾਰਾਜ। ਉਹ ਜਦੋਂ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਵੇਖਿਆ ਤੇ ਵੇਖ ਕੇ ਲੱਗੇ ਕਹਿਣ ਵੀ ਤੁਹਾਨੂੰ ਤਾਂ ਅਸੀਂ ਪਹਿਲਾਂ ਵੀ ਮਿਲੇ ਸਾਂ, ਤੁਹਾਨੂੰ 2 ਥਾਵਾਂ ਤੇ ਪਹਿਲਾਂ ਵੀ ਭੇਟ ਹੋਈ, ਮੁਲਾਕਾਤ ਹੋਈ ਗੁਰਦੇਵ ਜੀਆਂ ਦੇ ਨਾਲ। ਕਹਿੰਦੇ ਤੁਹਾਨੂੰ ਤਾਂ ਪਹਿਲਾਂ ਵੀ ਮਿਲੇ ਸਾਂ, ਪਰ ਉਦੋਂ ਤੁਹਾਡੇ ਵਸਤਰ ਹੋਰ ਸਨ, ਅੱਜ ਤੁਹਾਡੇ ਕੱਪੜੇ ਹੋਰ ਨੇ। ਇਹ ਤੁਸਾਂ ਕੀ ਕੀਤਾ? ਗੱਲ ਕਰਦਿਆਂ ਲੱਗੇ ਕਹਿਣ ਤੁਸਾਂ ਤੇ ਦੁੱਧ ਵਿੱਚ ਕਾਂਜੀ ਪਾ ਦਿੱਤੀ, ਦੁੱਧ ਖਰਾਬ ਕਰ ਦਿੱਤਾ, ਖੱਟਾ ਪਾ ਦਿੱਤਾ ਹੈ। ਭਾਵ ਸੀ ਉਹਨਾਂ ਦੇ ਕਹਿਣ ਦਾ ਵੀ ਜਿਹੜਾ ਤੁਸੀਂ ਨਿਰਮਲ ਭੇਖ ਪਹਿਲਾਂ ਪਾਇਆ ਹੋਇਆ ਸੀ, ਵਸਤਰ ਤੁਹਾਡੇ ਪਹਿਲਾਂ ਸੰਜੋਗੀਆਂ ਸੰਨਿਆਸੀਆਂ ਵਾਲੇ, ਹੁਣ ਤੁਸਾਂ ਨੇ ਉਹ ਉਤਾਰ ਕੇ ਸੰਸਾਰੀ ਪਾ ਕੇ ਤੁਸਾਂ ਤੇ ਦੁੱਧ ਵਿੱਚ ਖੱਟਾ ਲਾ ਦਿੱਤਾ ਹੈ, ਕਾਂਜੀ ਪਾ ਦਿੱਤੀ ਹੈ। ਮਹਾਰਾਜ ਲੱਗੇ ਕਹਿਣ, ਕਹਿੰਦੇ ਨਹੀਂ ਭੰਗਰਨਾਥ, ਤੈਨੂੰ ਪਤਾ ਹੀ ਨਹੀਂ ਸੰਸਾਰ ਵਿੱਚ ਜਿਉਣਾ ਕਿਵੇਂ ਹੈ। ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕਹਿ ਘਰ ਮੰਗਣ ਜਾਈ। ਕਿੰਨਾ ਸਤਿਗੁਰੂ ਮਹਾਰਾਜ ਜੀਆਂ ਦਾ ਨਿਰਮਲ ਪੰਥ, ਜਿਹੜੇ ਕਹਿੰਦੇ ਹਨ ਵੀ ਗ੍ਰਸਤ ਮਾਰਗ ਨੂੰ ਨਿੰਦਦੇ ਹਨ। ਮਹਾਰਾਜ ਕਹਿੰਦੇ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਜਿਹੜਾ ਗ੍ਰਸਤੀ ਮਾਰਗ ਹੈ, ਗ੍ਰਸਤੀ ਧਰਮ, ਇਹ ਠੀਕ ਨਹੀਂ ਹੈ। ਤੁਸੀਂ ਜੰਗਲਾਂ ਵਿੱਚ ਰਹਿੰਦੇ ਹੋ, ਜਦੋਂ ਤੁਹਾਨੂੰ ਭੁੱਖ ਸਤਾਉਂਦੀ ਹੈ ਦੁਬਾਰਾ ਆਣ ਕੇ ਉਹਨਾਂ ਘਰਾਂ ਦੇ ਅੰਦਰ, ਗ੍ਰਸਤੀਆਂ ਦੇ ਘਰਾਂ ਦੇ ਦਰਵਾਜ਼ੇ ਤੁਸੀਂ ਖੜਕਾਉਂਦੇ ਹੋ ਵੀ ਭੁੱਖ ਲੱਗੀ ਹੈ ਸਾਨੂੰ ਕੁਝ ਦਿਓ। ਇੱਕ ਪਾਸੇ ਤੁਸੀਂ ਨਿੰਦਦੇ ਹੋ, ਦੂਸਰੇ ਪਾਸੇ ਤੁਸੀਂ ਆਣ ਕੇ ਮੰਗਦੇ ਕਿਉਂ ਹੋ? ਨਾਨਕ ਆਖੈ ਭੰਗਰਨਾਥ ਤੇਰੀ ਮਾਊ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓਣ, ਭਾਏ ਕੁਚੱਜੇ ਫੁੱਲ ਸੜਾਈ। ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕਹਿ ਕਰ ਮੰਗਣ ਜਾਈ। ਸਤਿਗੁਰੂ ਮਹਾਰਾਜ ਜੀਆਂ ਨੇ ਰਹਿਮਤ ਕੀਤੀ, ਇਹਦੇ ਵਿੱਚ ਰਹਿੰਦਿਆਂ, ਮੋਹ ਸੰਸਾਰ ਦੇ ਵਿੱਚ ਰਹਿੰਦਿਆਂ, ਪਰਿਵਾਰ ਦੇ ਵਿੱਚ ਰਹਿੰਦਿਆਂ, ਰੇ ਮਨ ਐਸੋ ਕਰ ਸੰਨਿਆਸਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਬਚਨ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ। ਫਿਰ ਮਹਾਰਾਜ ਕੀ ਪਰਿਵਾਰ ਨਹੀਂ ਹੋਣਾ ਚਾਹੀਦਾ? ਜੇ ਪੁੱਤਰ ਕਲਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਆ ਰਾਮ ਕੈ ਦਾਸਾ, ਫਿਰ ਸਤਿਗੁਰੂ ਇਹਦੇ ਅਰਥ ਕਿਵੇਂ ਲਈਏ, ਕਿਵੇਂ ਸਮਝੀਏ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਬਚਨ, ਸ਼ਹਿਨਸ਼ਾਹ ਜੀ ਨੇ ਰਹਿਮਤ ਕੀਤੀ, ਰੇ ਮਨ ਐਸੋ ਕਰ ਸੰਨਿਆਸਾ। ਕਿਵੇਂ ਜੀ? ਬਨ ਸੇ ਸਦਨ, ਆਪਣੇ ਘਰ ਨੂੰ ਹੀ ਜੰਗਲ ਸਮਝ, ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਘਰ ਵਿੱਚ ਹੀ ਬੈਠ, ਇੱਕ ਪਾਸੇ ਇਕਾਂਤ ਵਿੱਚ ਬੈਠ, ਘਰ ਵਿੱਚ ਹੀ ਬੈਠ, ਜੰਗਲ ਵਿੱਚ ਨਾ ਜਾਈ। ਕਾਹੇ ਰੇ ਬਨ ਖੋਜਨ ਜਾਈ, ਕਿਉਂ ਜਾਣ ਦੀ ਲੋੜ ਹੈ? ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਪੜੋ ਗੁਰਮੁਖੋ, ਮਨ ਹੀ ਮਾਹੇ ਉਦਾਸਾ, ਮਨ ਵਿੱਚ ਹੀ ਉਦਾਸ ਰਹਿ। ਇਹ ਹੈ ਸਤਿਗੁਰੂ ਜੀ ਦਾ ਨਿਰਮਲ ਪੰਥ। ਘਰ ਵਿੱਚ ਰਹਿੰਦੇ ਆ, ਇਹ ਕੁਟੰਬ ਸਭ, ਹਾਂ ਮਰਜ਼ੀ ਨਾਲ ਤੁਰੇਗਾ, ਮਰਜ਼ੀ ਨਾਲ ਚੱਲੇਗਾ, ਨੇਮ ਨਾ ਨਿਭਾਵੇਂਗਾ, ਇਹ ਜੀ ਦੇ ਬੰਧਨ ਬੜੇ ਭੈੜੇ ਬਣਨਗੇ। ਬਹੁਤਾਤ ਵਿੱਚ ਖਚਤ ਵੀ ਹੋਵੇਗਾ,
ਤੇ ਕਰਨ ਦੇ ਬਾਵਜੂਦ ਵੀ ਅਖੀਰ ਸਮੇਂ ਬੱਚਿਆਂ ਨੇ ਇਹੋ ਕਹਿਣਾ, ਬਾਪੂ ਤੂੰ ਕੀ ਕੀਤਾ ਸੀ ਘਰ ਵਾਸਤੇ? ਪਿਤਾ ਜੀ ਤੁਸੀਂ ਕੀ ਕੀਤਾ ਘਰ ਵਾਸਤੇ? ਜੇ ਤੁਸੀਂ ਕੁਝ ਕੀਤਾ ਹੁੰਦਾ ਤੇ ਸਾਨੂੰ ਅੱਜ ਕਰਨ ਦੀ ਲੋੜ ਨਾ ਰਹਿੰਦੀ। ਬਣਦਾ ਹੈ ਬਜ਼ੁਰਗਾਂ ਨਾਲ, ਕੀ ਕੀਤਾ ਤੁਸੀਂ ਸਾਰੀ ਉਮਰ? ਫਿਰ ਬਜ਼ੁਰਗ ਅਖੀਰ ਵਿੱਚ ਬੈਠ ਕੇ ਮਨ ਵਿੱਚ ਸੋਚਦੇ ਨੇ ਵੀ ਜਿਹੜਾ ਸਮਾਂ ਸੀ ਮੈਂ ਹੱਡ ਭੰਨਵੀਂ ਮਿਹਨਤਾਂ ਕੀਤੀਆਂ, ਉਹ ਰੱਬ ਨੂੰ ਯਾਦ ਕਰਨ ਵਾਲਾ ਸਮਾਂ ਵੀ ਮੈਂ ਆਪਣਾ ਪਰਿਵਾਰ ਦੇ ਉੱਪਰ ਦਿੱਤਾ, ਤੇ ਹੁਣ ਕੁਦਰਤੀ ਕਹਿ ਵੀ ਰਹੇ ਨੇ ਵੀ ਮੈਂ ਕੀਤਾ ਵੀ ਕੀ ਹੈ। ਉਦੋਂ ਬਣਦੇ ਹਨ ਜੀ ਦੇ ਬੰਧਨ। ਭਰਮ ਭੁੱਲਾ ਸੰਸਾਰਾ, ਸੰਸਾਰ ਇਸੇ ਭਰਮ ਭੁਲੇਖੇ ਵਿੱਚ ਹੀ ਭਟਕਿਆ ਹੈ। ਤਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਬਿਨਾਂ ਗੁਰੂ ਦੀ ਸ਼ਰਨ ਪਿਆ ਬੰਧਨ ਟੂਟੈ ਨਾਹੀ। ਇਹ ਬੰਧਨ ਟੁੱਟਦੇ ਨਹੀਂ ਹਨ, ਇਹ ਬੰਧਨ ਟੁੱਟਦੇ ਨਹੀਂ। ਪੈਰੀ ਪਏ ਹੋਏ ਸੰਗਲ, ਤੇ ਜਦੋਂ ਤੱਕ ਬੰਧਨ ਨਾ ਟੁੱਟਣ ਉਦੋਂ ਤੱਕ ਅਧਿਆਤਮਕ ਜੀਵਨ ਦੀ ਰਮਤਾ ਨਹੀਂ। ਪਹਿਲਾਂ ਬੰਧਨ ਟੁੱਟਣਗੇ ਨਾ। ਤੇ ਜਿਹੜੇ ਗੁਰਮੁਖ ਹਨ, ਗੁਰਮੁਖਾਂ ਨੇ ਮੋਖ ਦੁਆਰਾ ਉਹਨਾਂ ਨੇ ਆਪਣੇ ਇਹਨਾਂ ਬੰਧਨਾਂ ਤੋਂ, ਇਹਨਾਂ ਤੋਂ ਖਲਾਸੀ ਪਾਈ ਗੁਰੂ ਦੇ ਰਾਹੀਂ, ਗੁਰੂ ਦੇ ਮੁਖ ਰਾਹੀਂ, ਗੁਰੂ ਦੇ ਮਾਰਗ ਦੱਸੇ ਮਾਰਗ ਰਾਹੀਂ। ਉਹਨਾਂ ਵਾਸਤੇ ਇਹ ਬੰਧਨ ਨਹੀਂ ਹਨ। ਬੰਧਨ ਤਾਂ ਉਹਨਾਂ ਵਾਸਤੇ ਹਨ ਜਿਹੜੇ ਆਪਣੀ ਰਜ਼ਾ, ਆਪਣੀ ਮਰਜ਼ੀ ਨਾਲ ਤੁਰੇ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ, ਮਰ ਜਨਮ ਹੈ ਵਾਰੋ ਵਾਰਾ। ਕਰਮ ਕਰੈ, ਕਰਮ ਤਾਂ ਕਰ ਰਹੇ ਹਨ, ਆ ਕਰਮ ਹੀ ਨੇ। ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਪਈ, ਦਿਨ ਰਾਤ ਕਰਮ ਕਰੈ, ਸੰਸਾਰ ਦੇ ਕੰਮਕਾਰ ਕਰ ਰਹੇ ਹਾਂ। ਗੁਰ ਸ਼ਬਦ ਨਾ ਪਛਾਣਿਆ, ਪਰ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਿਆ, ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਬਣਾਈ, ਪਾਵਨ ਪਵਿੱਤਰ ਬਾਣੀ ਨਾਲ ਸਾਂਝ ਨਹੀਂ ਬਣਾਈ। ਕਰਮ ਕਰੈ ਗੁਰ ਸ਼ਬਦ ਨਾ ਪਛਾਣੈ, ਫਿਰ ਹੋਇਆ ਕੀ ਮਰ ਜਨਮੈ ਵਾਰੋ ਵਾਰਾ। ਇਹ ਸੰਸਾਰ ਤੇ ਫਿਰ ਆਉਣਾ ਜਾਣਾ ਗੇੜ ਬੱਜਾ ਰਿਹਾ। ਹੂੰ ਮੇਰਾ ਜਗ ਪਲਚ ਰਹਿਆ ਭਾਈ, ਕੋਈ ਨਾ ਕਿਸਹੀ ਕੇਰਾ। ਜਗਤ ਪਲਚ ਰਿਹਾ ਭਾਈ, ਕਿਵੇਂ ਜੀ? ਹਉ ਮੇਰਾ, ਇਹ ਮੇਰਾ ਹੈ, ਹੰਗਤਾ ਵਸ ਮੇਰਾ ਹੈ, ਮੈਂ ਮੇਰੀ ਦੇ ਅੰਦਰ ਹੈ। ਗੁਰਦੇਵ ਮਹਾਰਾਜ ਜੀ ਨੇ ਰਹਿਮਤਾਂ ਵੀ ਤਾਂ ਕੀਤੀਆਂ ਹਨ ਨਾ ਪਾਵਨ ਪਵਿੱਤਰ ਬਚਨਾਂ ਦੇ ਅੰਦਰ। ਕੱਲ ਵੀ ਪਾਵਨ ਉਹ ਬਚਨ ਸਾਂਝਾ ਕੀਤਾ ਸੀ ਕਿ ਜੋ ਕਰ ਛੱਡ ਗਵਾਵਨਾ ਤਿਸ ਲੱਗਾ ਮਨ ਮਾਹੇ, ਜਿੱਥਾ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੀ। ਹਉ ਮੇਰਾ, ਇਹ ਮੇਰਾ ਹੈ। ਮਹਾਰਾਜ ਕਹਿੰਦੇ ਭਾਈ ਇੰਨੀ ਗੱਲ ਤਾਂ ਸਮਝ ਲੈ, ਜਿਹੜਾ ਤੇਰਾ ਆਪਣਾ ਆਪ ਸਰੀਰ ਹੈ ਨਾ, ਇਹ ਵੀ ਤੇਰਾ ਆਪਣਾ ਨਹੀਂ ਹੋ, ਇਹ ਵੀ ਨਾਲ ਨਹੀਂ ਉਹਨੇ ਬਣਾ। ਸਭ ਤੋਂ ਨੇੜੇ ਤਾਂ ਸਰੀਰ ਹੈ ਨਾ ਜਿੰਦ ਦੇ ਨਾਲ ਤਾਂ, ਪਰ ਇਹ ਵੀ ਨਾਲ ਨਹੀਂ ਹੋ। ਬਾਕੀ ਦੀ ਤਾਂ ਬਾਤ, ਬਾਕੀ ਤਾਂ ਧੀਆਂ ਪੁੱਤਰ ਧਨ ਸੰਪਦਾ ਪਦਾਰਥ ਬਾਕੀ ਤਾਂ ਬਾਤ ਦੇ ਹਨ, ਇਹ ਸਰੀਰ ਹੈ ਨਾ। ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਆਪ ਜੀਆਂ ਨੇ ਕਈ ਵਾਰ ਸਰਵਣ ਕੀਤਾ ਹੋਵੇਗਾ। ਹੇੜੇ ਮੁੱਤੀ ਧਾਸ ਜਾਨੀ ਚੱਲ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਬਾਬਾ ਫਰੀਦ ਸਾਹਿਬ ਜਦੋਂ ਬੁਢੇਪੇ ਵਿੱਚ ਗਏ, ਜਦੋਂ ਉਹਨਾਂ ਨੇ ਮੁਬਾਰਕ ਸ਼ਲੋਕ ਉਚਾਰਨ ਕੀਤੇ, ਧੰਨ ਬਾਬਾ ਫਰੀਦ ਸਾਹਿਬ ਜੀ, ਜਦੋਂ ਉਹਨਾਂ ਨੇ ਵੇਖਿਆ ਕੰਨਾਂ ਦੀ ਸਰੋਤ ਘਟ ਗਈ, ਮੱਧਮ ਪੈ ਗਈ, ਜਿਹੜੇ ਦੰਦ ਬਾਅਦ ਵਿੱਚ ਆਏ ਪਹਿਲਾਂ ਚਲੇ ਗਏ। ਬਾਬਾ ਫਰੀਦ ਸਾਹਿਬ ਕਹਿੰਦੇ ਦੰਦਾਂ ਨੂੰ ਅੱਖਾਂ ਦੀ ਜੋਤ ਮੱਧਮ ਪੈ ਗਈ, ਕੰਨਾਂ ਦਾ ਸੁੰਨਾ ਘਟ ਗਿਆ। ਕਹਿੰਦੇ ਦੰਦ ਮੇਰੇ ਤੋਂ ਬਾਅਦ ਵਿੱਚ ਆਏ ਤੇ ਮੇਰੇ ਤੋਂ ਪਹਿਲਾਂ ਚਲੇ ਗਏ। ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਅੰਦਰੋਂ ਧਾ ਆਵਾਜ਼ ਆਈ, ਉਹ ਮੇਰੇ ਤੋਂ ਪਹਿਲਾਂ ਚਲੇ ਗਏ ਹਨ। ਹਉ ਮੇਰਾ ਜਗ ਪਲਚ ਰਿਹਾ ਭਾਈ। ਤੇ ਅਗਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਕੋਈ ਨਾ ਕਿਸ ਹੀ ਕੇਰਾ। ਇਹ ਭਾਈ ਕੋਈ ਵੀ ਕਿਸੇ ਦਾ ਸਦੀਵੀ ਸਾਥੀ ਨਹੀਂ।
ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਕਿਹਦੇ ਨਾਲ ਦੋਸਤੀ ਕਰੇ? ਕਿਹੜਾ ਕੋਈ ਸਦੀਵੀ ਹੋਵੇ ਵੀ ਜਿਹੜਾ ਕਵੇ ਵੀ ਮੈਂ ਕੋਈ ਸਦੀਵੀ ਸਥਿਰ ਹੈ? ਬਿਨਾ ਨਾਮ ਤੋਂ ਕੋਈ ਸਥਿਰ ਨਹੀਂ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਹਾਂ, ਗੁਰੂ ਦੇ ਰਾਹੀਂ ਜਿਨ੍ਹਾਂ ਨੇ ਜੀਵਨ ਬਤੀਤ ਕੀਤਾ, ਮਾਲਕ ਦੀ ਦਸੀ ਰਹਿਤ ਦੇ ਉੱਪਰ ਤੁਰੇ, ਗੁਰਮੁਖ ਮਹਿਲ ਪਾਇਨ, ਉਹਨਾਂ ਨੇ ਨਿਜ ਮਹਿਲ ਪ੍ਰਾਪਤ ਕਰ ਲਿਆ। ਗੁਣ ਗਾਵਨ, ਨਿਜ ਘਰ ਹੋਏ ਬਸੇਰਾ, ਨਿਜ ਘਰ ਦੇ ਅੰਦਰ ਵਾਸਾ ਹੋਇਆ। ਜਾਖੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ। ਉਹ ਸਾਰੇ ਪੰਜਵੇਂ ਪਾਤਸ਼ਾਹ ਜੀ ਦਾ ਮੁਬਾਰਕ ਸ਼ਬਦ ਜਦੋਂ ਰਾਤ ਨੂੰ ਬੰਦਾ ਕੰਮਾਂ ਕਾਰਾਂ ਤੋਂ ਵਿਹਲਾ ਹੋ ਕੇ ਘਰ ਪਰਿਵਾਰ ਬਾਗ ਵਿੱਚ ਬੈਠ ਕੇ ਬੰਦਾ, ਫਿਰ ਮਹਾਰਾਜ ਜੀ ਨੇ ਉੱਥੇ ਜਿਹੜੀ ਮਰਿਆਦਾ ਬਣਾਈ ਰਾਤਰੀ ਸੋਹਿਲੇ ਦੀ, ਤੇ ਸ਼ਾਮ ਦੇ ਵੇਲੇ ਜਦੋਂ ਆਪਣੇ ਕਾਰ ਵਿਹਾਰ ਤੋਂ, ਦੁਕਾਨ ਤੋਂ, ਖੇਤੀ ਤੋਂ, ਨੌਕਰੀ ਤੋਂ ਬੰਦਾ ਵਿਹਲਾ ਹੋ ਕੇ ਸ਼ਾਮ ਦੇ ਸਮੇਂ ਸਾਰਾ ਹਿਸਾਬ ਕਿਤਾਬ ਲਾਇਆ, ਦਿਨ ਦਾ ਅੱਜ ਕੀ ਖੱਟਿਆ, ਕੀ ਕਮਾਇਆ, ਕਿੱਥੋਂ ਆਇਆ, ਕਿੱਥੇ ਧਨ ਪੈਸਾ ਲਾਇਆ, ਉਸ ਤੋਂ ਬਾਅਦ ਸੌਣ ਲੱਗਿਆ ਮਹਾਰਾਜ ਜੀਆਂ ਨੇ ਜਿਹੜੀ ਹਦਾਇਤ ਦਿੱਤੀ, ਕਹਿੰਦੇ ਹੁਣ ਸੋਹਿਲਾ ਪੜ। ਜਿੱਥੇ ਗੁਰਦੇਵ ਜੀਆਂ ਦੇ ਸ਼ਬਦ ਆਉਂਦੇ ਨੇ ਨਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚੱਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਇਹ ਬੰਦਿਆ ਤੂੰ ਹੋਰ ਹਿਸਾਬ ਕਿਤਾਬ ਛੱਡ, ਆਹ ਹਿਸਾਬ ਕਿਤਾਬ ਵੀ ਲਾ, ਬੌਰ ਨਾ ਹੋਏਗੋ ਫੇਰਾ। ਜਿਹੜੇ ਕੰਮ ਤੂੰ ਆਇਆ ਹੈ, ਔਦ ਘਟੈ ਦਿਨਸ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਗੁਰੂ ਨੂੰ ਮਿਲ ਕੇ ਕਾਜ ਸਵਾਰ ਲੈ ਜ਼ਿੰਦਗੀ ਤੇ। ਉਹਨਾਂ ਗੁਰਮੁਖਾਂ ਨੇ ਆਪਣੇ ਫਿਰ ਜਾਕੋ ਆਈ ਸੋਈ ਬਿਹਾਜੋ, ਅਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ। ਫਿਰ ਫੇਰੇ ਹਮੇਸ਼ਾ ਵਾਸਤੇ ਖਤਮ ਹੋ ਜਾਣਗੇ। ਗੁਰਮੁਖ ਮਹਿਲ ਪਾਇਨ ਨਿਜ ਗਾਵਨ, ਨਿਜ ਘਰ ਹੋਏ ਬਸੇਰਾ, ਗੁਣ ਗਾਵਨ, ਨਿਜ ਘਰ ਹੋਏ ਬਸੇਰਾ, ਨਿਜ ਘਰ ਵਿੱਚ ਵਾਸਾ ਹੋਇਆ। ਐਥੈ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਜਿਹੜੇ ਇਸੇ ਮਨੁੱਖਾ ਜੀਵਨ ਦੇ ਅੰਦਰ ਇਸੇ ਰਮਜ ਨੂੰ ਸਮਝ ਲੈਂਦੇ, ਆਪਾ ਆਪ ਜਿਨ੍ਹਾਂ ਨੇ ਪਛਾਣ ਲਿਆ ਹੈ, ਹਰ ਪ੍ਰਭ ਹੈ ਤਿਸ ਕੇਰਾ, ਪ੍ਰਭੂ ਪੇ ਭਾਈ ਉਹਨਾਂ ਦਾ ਸਹਾਈ ਹੋਇਆ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਇਹ ਭਾਈ ਗੁਰੂ ਤਾਂ ਹਮੇਸ਼ਾ ਦਇਆਲ ਹੈ, ਗੁਰੂ ਹਮੇਸ਼ਾ ਦਇਆਲ ਹੈ। ਗੁਰੂ ਕ੍ਰੋਧਿਤ ਨਹੀਂ ਹੁੰਦਾ, ਉਹ ਆਪਣਾ ਸੁਭਾਅ ਨਹੀਂ ਛੱਡਦਾ। ਜਿਵੇਂ ਬਾਬਾ ਕਬੀਰ ਸਾਹਿਬ ਜੀਆਂ ਨੇ 3-4 ਸ਼ਲੋਕ ਉਚਾਰਨ ਕੀਤੇ ਨਾ, ਬਈ ਹਰੀ ਦੇ ਜਨ ਦਾ ਸੁਭਾਅ ਕਿਵੇਂ ਦਾ ਹੈ? ਕਹਿੰਦੇ ਜਿਵੇਂ ਹਰੀ ਦਾ ਸੁਭਾਅ ਹੈ। ਉਹ ਆਪਣਾ ਸੁਭਾਅ ਨਹੀਂ ਤਿਆਗਦੇ। ਜਿਵੇਂ ਇੱਕ ਮੁੱਖ ਵਾਕ ਵੀ ਆਪਾਂ ਪੜ੍ਹਨੇ ਹਾਂ, ਸ਼ਬਦ ਆਪ ਜੀਆਂ ਨੂੰ ਜ਼ਬਾਨੀ ਕੰਠ ਹੈ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਆਪਣਾ ਗੁਣ ਦਾ ਇੱਥੇ ਅਰਥ ਨੇ ਸੁਭਾਅ ਨਹੀਂ ਤਿਆਗਦੇ। ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਸੁਭਾਅ ਨਹੀਂ ਛੱਡਦੇ। ਸਤਿਗੁਰ ਸਦਾ ਦਇਆਲ ਹੈ, ਉਹ ਸਦਾ ਹੀ ਦਇਆਲ ਹੈ। ਏਦਾਂ ਨਹੀਂ ਵੀ ਉਹ ਅੱਜ ਦਇਆਲ ਹੈ ਕੱਲ ਨੂੰ ਦਇਆਲ ਨਹੀਂ ਹੈ। ਉਹ ਤਾਂ ਹਮੇਸ਼ਾ ਕੋਈ ਵੀ ਸਮਾਂ ਆਇਆ, ਸਤਿਗੁਰੂ ਜੀ ਤਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਤੀ ਤਵੀ ਦੇ ਉੱਪਰ ਵੀ ਬੈਠ ਕੇ, ਉੱਥੇ ਵੀ ਉਹਨਾਂ ਦਾ ਉਹ ਸੁਭਾਅ ਹੈ। ਜਿਹੜਾ ਪਰਉਪਕਾਰੀ ਸੁਭਾਅ ਮਹਾਰਾਜ ਜੀ ਦਾ ਪਹਿਲਾਂ ਹੈ, ਉਹ ਬਾਅਦ ਵਿੱਚ ਹੈ। ਸੁਭਾਅ ਆਪਣਾ ਨਹੀਂ ਛੱਡਿਆ। ਸਤਿਗੁਰ ਸਦਾ ਦਇਆਲ ਹੈ ਭਾਈ, ਪਰ ਵਿਣ ਭਾਗਾਂ ਕਿਆ ਪਾਈ ਹੈ। ਕਾਰਨ ਬਪਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਏ, ਜੇ ਜੇ ਡਾਲੀ ਪੱਗ ਧਰੋਂ ਸੋਈ ਮੁਰਮੁਰ ਜਾਏ। ਜਿਹੜੀ ਜਿਹੜੀ ਡਾਲੀ ਤੇ ਪੈਰ ਧਰਦਿਆਂ ਟਾਹਣੀ ਲਮਕ ਜਾਂਦੇ ਨੇ। ਜੇ ਜੇ ਡਾਲੀ ਪੱਗ ਧਰੋਂ ਸੋਈ ਮੁਰਮੁਰ ਜਾਏ।
ਸਤਿਗੁਰ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਬਿਨਾ ਭਾਗਾਂ ਤੋਂ ਚੰਗੀ ਕਿਸਮਤ ਤੋਂ, ਬਿਨਾ ਭਾਗਾਂ ਤੋਂ ਕੀ ਪ੍ਰਾਪਤ ਕਰੀਏ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਉਹਦੀ ਦਇਆਲਤਾ ਸਤਿਗੁਰੂ ਜੀਆਂ ਨੇ ਪਾਵਨ ਸੁਖਮਨੀ ਸਾਹਿਬ ਦੀ, ਜਿਵੇਂ ਬ੍ਰਹਮ ਗਿਆਨੀ ਵਾਲੀ ਸਾਰੀ ਅਸ਼ਟਪਦੀ ਹੈ ਨਾ, ਮਹਾਰਾਜ ਜੀਆਂ ਨੇ ਦਰਸਾਈ। ਸੂਰਜ ਦੀ ਉਦਾਹਰਣ ਦਿੱਤੀ, ਸੂਰਜ ਦੀਆਂ ਕਿਰਨਾਂ ਦੀ ਉਦਾਹਰਣ ਦਿੱਤੀ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਚੜਿਆ ਹੋਇਆ ਸੂਰਜ ਇਹ ਨਹੀਂ ਵੇਖਦਾ ਸਾਹਮਣੇ ਅਮੀਰ ਦਾ ਘਰ ਹੈ, ਗਰੀਬ ਦਾ ਘਰ। ਉਹਨੇ ਆਪਣਾ ਚਾਨਣ, ਉਹਨੇ ਆਪਣੀਆਂ ਕਿਰਨਾਂ ਦਾ ਨਿੱਘ ਹਰ ਇੱਕ ਘਰ ਦੇ ਉੱਪਰ ਬਰਾਬਰ ਦੇਣਾ ਹੈ। ਏਕ ਨਦਰ। ਪਰ ਮਹਾਰਾਜ ਫਰਕ ਕਿੱਥੇ ਹੈ? ਫਰਕ ਤਾਂ ਹੈ, ਮਹਾਰਾਜ ਕਹਿੰਦੇ ਫਰਕ ਹੈ। ਉਹ ਅਗਲੀ ਪੰਕਤੀ ਵਿੱਚ ਜਿਹਾ ਭਾਉ ਤਿਹਾ ਫਲ ਪਾਈਐ। ਹੁਣ ਜਿਹੋ ਭਾਉ ਕਿਸੇ ਨੇ ਅੰਦਰ ਬੀਜਿਆ ਆਪਣੇ ਹਿਰਦੇ ਅੰਦਰ, ਆਪਣੇ ਮਾਲਕ ਦੇ ਪ੍ਰਤੀ ਚਿਤਵਿਆ, ਉਹਨੂੰ ਉਦਾਂ ਦਾ ਫਲ ਪ੍ਰਾਪਤ ਹੁੰਦਾ ਹੈ ਜਾਂ ਹੋਵੇਗਾ। ਹੁੰਦਾ ਹੈ ਉਦਾਂ ਦਾ ਹੀ ਫਲ ਉਹਨੂੰ ਪ੍ਰਾਪਤ ਹੋਇਆ। ਜਿਹਾ ਕੋਈ ਆਪਣੇ ਹਿਰਦੇ ਅੰਦਰ ਚਿਤਵ ਕੇ ਮਾਲਕ ਦੇ ਘਰ ਤੱਕ ਆਇਆ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਹੇ ਭਾਈ, ਹੇ ਨਾਨਕ, ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਜੇ ਆਪਾ ਭਾਵ ਹੰਗਤਾ ਆਪਣੇ ਆਪ ਵਿੱਚੋਂ ਜੇ ਖਤਮ ਕਰ ਦਈਏ, ਫਿਰ ਨਾਮ ਵਸੈ ਮਨ ਅੰਤਰ। ਫਿਰ ਹਿਰਦੇ ਅੰਦਰ ਜੋ ਨਾਮ ਹੈ, ਉਸ ਨਾਮ ਦਾ ਵਾਸਾ ਹੁੰਦਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਗੁਰਦੇਵ ਮਹਾਰਾਜ ਜੀਆਂ ਨੇ ਰਹਿਮਤ ਕੀਤੀ ਕਿ ਹੇ ਭਾਈ, ਉਸ ਮਾਰਗ ਦਾ ਪਾਂਧੀ ਬਣ ਜਿਸ ਮਾਰਗ ਦੇ ਉੱਪਰ ਤੈਨੂੰ ਗੁਰੂ ਨੇ ਤੁਰਨ ਵਾਸਤੇ ਪ੍ਰੇਰਿਤ ਕੀਤਾ ਹੈ। ਜਿਹੜਾ ਰਸਤਾ ਤੈਨੂੰ ਤੇਰੇ ਗੁਰੂ ਨੇ ਦਰਸਾਇਆ ਹੈ, ਉਸੇ ਰਸਤੇ ਉੱਪਰ ਚੱਲ, ਗੁਰੂ ਵਾਲਾ ਹੋ। ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇਸ਼ਾਰਾ ਕੀਤਾ ਖੰਡੇ ਬਾਟੇ ਦੀ ਪੌਲ ਛਕਣ ਵਾਸਤੇ, ਤਾਂ ਫਿਰ ਇਹਦੇ ਵਿੱਚ ਕੋਈ ਹੀਲ ਹੁਜਤ ਨਹੀਂ ਵੀ ਕਿਉਂ ਮੇਰਾ ਅੰਦਰ ਸਾਫ਼ ਨਹੀਂ, ਕੀ ਲੋੜ ਹੈ ਅੰਮ੍ਰਿਤ ਛਕਣ ਦੀ। ਮਨੁੱਖ ਅੱਜ ਹੀਲ ਹੁਜਤ ਪਿਆ ਕਰਦਾ ਹੈ ਜੀ, ਮੇਰਾ ਜੀਵਨ ਵੈਸੇ ਹੀ, ਮੈਂ ਅੰਮ੍ਰਿਤ ਤਾਂ ਨਹੀਂ ਛਕਿਆ, ਪਰ ਮੈਂ ਉਂਝ ਵੀ ਚੰਗੇ ਜੀਵਨ ਜਿਉਣ ਵਾਲਾ ਹਾਂ। ਪਰ ਹੇ ਭਾਈ, ਤੈਨੂੰ ਜਦੋਂ ਗੁਰੂ ਨੇ ਤੈਨੂੰ ਕਿਹਾ ਹੈ, ਤੈਨੂੰ ਤੇਰੇ ਮਾਲਕ ਨੇ ਜਦੋਂ ਤੈਨੂੰ ਇਹ ਇਸ਼ਾਰਾ ਤੈਨੂੰ ਕੀਤਾ ਹੈ, ਜਿਹੜਾ ਜੀਵਨ ਜਿਉਣ ਵਾਸਤੇ, ਉਸ ਮਾਰਗ ਦਾ ਤੂੰ ਪਾਂਧੀ ਹੋ, ਉਸੇ ਮਾਰਗ ਉੱਪਰ ਚੱਲ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਪਾਵਨ ਮੁਬਾਰਕ ਸ਼ਬਦ ਦੀ ਕੀਤੀ ਵਿਚਾਰ ਪ੍ਰਥਮ ਕਹਿਣ ਵਾਲੇ ਦੇ ਹਿਰਦੇ ਅੰਦਰ ਵਸ ਜਾਏ, ਸਰੋਤਾਂ ਜਨਾਂ ਦੇ ਹਿਰਦੇ ਅੰਦਰ ਵਸ ਜਾਏ। ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।